ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਦੀ ਕੜੀ ਵਿੱਚ ਅਸੀਂ 12ਵੀਂ ਕਲਾਸ ਦੀ ਪੰਜਾਬੀ ਦੀ ਇੱਕ ਕਹਾਣੀ ਹੈ ਕੌਮ ਲਈ ਕੁਰਬਾਨੀ, ਜੋ ਕਿ ਲਿਖੀ ਹੋਈ ਹੈ ਭਾਈ ਮੋਹਨ ਸਿੰਘ ਦੀ। ਉਸਨੂੰ ਅਸੀਂ ਅੱਜ ਪੜਾਂਗੇ। ਕਹਾਣੀ ਦਾ ਸਿਰਲੇਖ ਹੀ ਸਾਨੂੰ ਕਾफ़ी कुछ बयान कर रहा है। कौम ਲਈ ਕੁਰਬਾਨੀ, ਕੌਮ यानी कि अपने देश अपने राष्ट्र वास्ते किसी भी कारण किसी भी तरीके ਨਾਲ ਕੁਰਬਾਨੀ ਦੇਣੀ, ਚਾਹੇ ਉਹ ਸਿਪਾਹੀ ਬਣ ਕੇ ਤੁਸੀਂ ਦਿਓ, ਚਾਹੇ ਤੁਸੀਂ ਆਰਮੀ 'ਚ ਜਾ ਕੇ ਫੌਜ ਵਿੱਚ ਜਾ ਕੇ ਭਰਤੀ ਹੋ ਕੇ ਉੱਥੇ ਕੁਰਬਾਨੀ ਦਿਓ, ਜਾਂ ਕਿਸੇ ਵੀ ਰੂਪ ਵਿੱਚ ਆਪਣੇ ਦੇਸ਼ ਦੀ ਜਿਹੜੀ ਕੁਰਬਾਨੀ ਹੈ ਉਸਨੂੰ ਕੌਮ ਲਈ ਕੁਰਬਾਨੀ ਹੀ ਕਿਹਾ ਜਾਂਦਾ ਹੈ। ਸੋ ਇਹ ਕਹਾਣੀ ਹੈ ਇੱਕ ਆਦਮੀ ਦੀ ਜੋ ਕਿ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਦਾ ਰਹਿਣ ਵਾਲਾ ਹੈ। ਕੁਐਸਚਨ ਜ਼ਰੂਰ ਆਏਗਾ ਪੇਪਰ ਵਿੱਚ ਕਿ ਉਹ ਆਦਮੀ ਜਿਸ ਦੀ ਗੱਲ ਕਰਨ ਜਾ ਰਹੇ ਕਿੱਥੋਂ ਦਾ ਰਹਿਣ ਵਾਲਾ ਸੀ। ਸੋ ਇਸ ਆਦਮੀ ਦਾ ਨਾਮ ਹੈ ਵੈਦਰਕ੍ਰਾਫਟ। 60 ਕੁ ਸਾਲ ਦੀ ਇਸਦੀ ਉਮਰ ਹੈ। ਉਹ ਪਹਿਲਾਂ ਸ਼ਾਹੂਕਾਰ ਸੀ, ਯਾਨੀ ਕਿ ਉਸਦਾ ਵਪਾਰ ਕਰਦਾ ਸੀ। ਇੱਕ ਬਹੁਤ ਵੱਡੇ ਆਪਣੇ ਆਲੀਸ਼ਾਨ ਮਕਾਨ ਵਿੱਚ ਰਹਿ ਰਿਹਾ ਹੈ, ਇਕੱਲਾ ਰਹਿ ਰਿਹਾ ਹੈ। ਔਰ ਕਿੱਥੋਂ ਦੀ ਕਹਾਣੀ ਹੈ? ਇਹ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਦੀ ਇੱਕ ਆਦਮੀ ਦੀ ਕਹਾਣੀ ਜਿਸ ਦਾ ਨਾਮ ਹੈ ਵੈਦਰਕ੍ਰਾਫਟ। ਸੋ ਕੁਐਸਚਨ ਆ ਜਾਏਗਾ ਕਿ ਵੈਦਰਕ੍ਰਾਫਟ ਕਿੱਥੋਂ ਦਾ ਰਹਿਣ ਵਾਲਾ ਸੀ? ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਦਾ ਰਹਿਣ ਵਾਲਾ ਸੀ। ਉਮਰ ਕਿੰਨੀ ਸੀ? 60 ਕੁ ਸਾਲ ਦੀ ਸੀ। ਔਰ ਉਹ ਕੰਮ ਕੀ ਕਰਦਾ ਸੀ? ਇੱਕ ਸ਼ਾਹੂਕਾਰ ਸੀ। ਸੋ ਇਸ ਕਹਾਣੀ ਵਿੱਚ ਜਿਹੜਾ ਕਿ ਇਹ ਵੈਦਰਕ੍ਰਾਫਟ ਹੈ ਮੁੱਖ ਪਾਤਰ ਹੈ। ਇਸ ਤੋਂ ਇਲਾਵਾ ਕਹਾਣੀ ਵਿੱਚ ਇੱਕ ਹੋਰ ਉਸਦਾ ਨੌਕਰ ਹੈ ਜਿਸ ਦਾ ਕਿ ਨਾਮ ਜੇਮਸ ਹੈ। ਉਸਦੇ ਨਾਲ ਉਸਦੇ ਘਰ ਵਿੱਚ ਰਹਿ ਰਿਹਾ ਹੈ। ਸੋ ਵੈਦਰਕ੍ਰਾਫਟ ਹਮੇਸ਼ਾ ਆਪਣੇ ਦੋਸਤਾਂ ਵਿੱਚ ਬੈਠਦਾ ਉੱਠਦਾ, ਜਦੋਂ ਵੀ ਬੈਠਦਾ ਸੀ ਗੱਲ ਕਰਦਾ ਸੀ ਕਿ ਜਦੋਂ ਕਿਸੇ ਅਪਰਾਧੀ ਨੂੰ ਸਜ਼ਾ ਦਿੱਤੀ ਜਾਂਦੀ ਹੈ, ਫਾਂਸੀ ਦੀ ਸਜ਼ਾ ਸਪੈਸ਼ਲੀ ਦਿੱਤੀ ਜਾਂਦੀ ਹੈ, ਤਾਂ ਗਵਾਹੀਆਂ ਦੇ ਆਧਾਰ ਤੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਇਹੀ ਸਾਡੀ ਕਹਾਣੀ ਦਾ ਮੁੱਖ ਉਦੇਸ਼ ਹੈ ਜਾਂ ਵਿਸ਼ਾ ਹੈ ਕਿ ਉਸਦੇ ਅਨੁਸਾਰ ਕਹਿੰਦਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਗਵਾਹੀਆਂ ਦੇ ਆਧਾਰ ਤੇ ਨਹੀਂ ਦੇਣੀ ਚਾਹੀਦੀ, ਕਿਉਂਕਿ ਜਿਹੜੇ ਗਵਾਹ ਹੁੰਦੇ ਨੇ ਉਹ ਖਰੀਦੇ ਜਾਂਦੇ ਨੇ, ਵੇਚੇ ਜਾਂਦੇ ਨੇ। ਗਵਾਹ ਆਪਣੀ ਗੱਲ ਤੋਂ ਬਦਲ ਸਕਦੇ ਨੇ, ਝੂਠ ਵੀ ਬੋਲ ਸਕਦੇ ਨੇ, ਪਹਿਲਾਂ ਕੁਝ ਹੋਰ ਬਿਆਨ, ਫਿਰ ਕੁਝ ਹੋਰ ਬਿਆਨ, ਫਿਰ ਕੁਝ ਹੋਰ ਬਿਆਨ ਬਦਲ ਸਕਦੇ ਨੇ। ਸੋ ਕਹਿੰਦਾ ਸੀ ਕਿ ਗਵਾਹੀਆਂ ਦੇ ਆਧਾਰ ਤੇ ਦਿੱਤੀ ਹੋਈ ਜਿਹੜੀ ਫਾਂਸੀ ਸਜ਼ਾ ਹੈ ਉਹ ਗਲਤ ਹੈ। ਫਾਂਸੀ ਦੀ ਸਜ਼ਾ ਕਹਿੰਦਾ ਸੀ ਕਿ ਜਿਹਨੇ ਅਪਰਾਧ ਕੀਤਾ ਹੈ ਉਹ ਆਪਣਾ ਜਿਹੜਾ ਉਹਨੇ ਅਪਰਾਧ ਕੀਤਾ ਹੈ, ਅਪਰਾਧੀ ਆਪਣਾ ਇਕਬਾਲ ਕਰ ਲੇ ਉਸਨੂੰ, ਆਪਣਾ ਜੋ ਵੀ ਉਸਨੇ ਗਲਤ ਕੰਮ ਕੀਤਾ ਹੈ ਜਾਂ ਗਲਤ ਅਪਰਾਧ ਕੀਤਾ ਉਸਨੂੰ ਇਕਬਾਲ ਜਦੋਂ ਕਰ ਲੇ, ਖੁਦ ਕਬੂਲ ਕਰ ਲੇ ਕਿ ਹਾਂ ਮੈਂ ਕੀਤਾ ਹੈ, ਉਦੋਂ ਉਸਨੂੰ ਉਸਦੀ ਸਜ਼ਾ ਉਸਦੇ ਅਪਰਾਧ ਦੇ ਅਨੁਸਾਰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ, ਨਾ ਕਿ ਗਵਾਹੀਆਂ ਦੇ ਆਧਾਰ ਤੇ। ਉਹ ਆਪਣੇ ਦੋਸਤਾਂ ਵਿੱਚ ਅਕਸਰ ਬੈਠਦਾ ਇਸੇ ਗੱਲ ਦਾ ਜ਼ਿਕਰ ਕਰਦਾ ਸੀ ਕਿ ਇਸ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ। ਪਰ ਸਾਰੇ ਦੋਸਤ ਉਸਨੂੰ ਕਹਿੰਦੇ ਸਨ ਕਿ ਤੂੰ ਫਾਲਤੂ ਦੀਆਂ ਗੱਲਾਂ ਕਰਦਾ, ਇਸ ਤਰ੍ਹਾਂ ਦਾ ਕਾਨੂੰਨ ਕੋਈ ਨਹੀਂ ਬਣ ਸਕਦਾ। ਹਮੇਸ਼ਾ ਇਹੀ ਕੋਰਟ ਦਾ ਜਾਂ ਅਦਾਲਤ ਦਾ ਨਿਯਮ ਹੈ, ਇਹੀ ਰੂਲ ਹੈ ਕਿ ਗਵਾਹੀਆਂ ਦੇ ਆਧਾਰ ਤੇ ਹਮੇਸ਼ਾ ਜਿਹੜੀ ਹੈ ਫਾਂਸੀ ਸਜ਼ਾ ਦਿੱਤੀ ਜਾ ਸਕਦੀ। ਕਿਹੜਾ ਐਸਾ ਵਿਅਕਤੀ ਹੈ ਜਿਹੜਾ ਖੁਦ ਆਪਣਾ ਇੱਕ ਜਿਹੜਾ ਜ਼ੁਰਮ ਹੈ, ਜੋ ਵੀ ਉਹਨੇ ਗਲਤ ਕੰਮ ਕੀਤਾ, ਉਸਨੂੰ ਕਬੂਲ ਕਰ ਲੇਗਾ? ਕੋਈ ਵੀ ਨਹੀਂ ਕਬੂਲ ਕਰੇਗਾ। ਬਟ ਉਸਦੇ ਮਨ 'ਚ ਯਾਨੀ ਕਿ ਵੈਦਰਕ੍ਰਾਫਟ ਦੇ ਮਨ 'ਚ ਇੱਕ ਇਹੀ ਧੁਨ ਲੱਗੀ ਸੀ ਕਿ ਉਸਨੇ ਇਸ ਵਾਸਤੇ ਕੁਛ ਨਾ ਕੁਛ ਕਰਨਾ ਹੈ। ਸੋ ਉਸਨੇ ਇਸ ਪਰਪਸ ਨੂੰ ਯਾਨੀ ਕਿ ਇਸ ਮੰਤਵ ਵਾਸਤੇ ਉਸਨੇ ਆਪਣੀ ਹੀ ਜਿਹੜੀ ਹੈ ਕੁਰਬਾਨੀ ਦੇ ਦਿੰਦਾ ਹੈ। ਸੋ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਵਾਸ਼ਿੰਗਟਨ ਨਿਵਾਸੀ ਵੈਦਰਕ੍ਰਾਫਟ ਦਾ ਜਿਹੜਾ ਵਿਚਾਰ ਸੀ ਕਿ ਫਾਂਸੀ ਦੀ ਸਜ਼ਾ ਜਿਹੜੀ ਹੈ ਗਵਾਹੀਆਂ ਦੇ ਆਧਾਰ ਤੇ ਨਹੀਂ ਦੇਣੀ ਚਾਹੀਦੀ, ਬਹੁਤ ਕੋਸ਼ਿਸ਼ ਕੀਤੀ ਉਸਨੇ ਇਸ ਵਿੱਚ ਬਦਲਾਵ ਕਰਨ ਦੀ, ਇਸ ਕਾਨੂੰਨ ਵਿੱਚ। ਜਦੋਂ ਦੀ ਨਹੀਂ ਸੁਣੀ ਕੀ ਤਾਂ ਕਹਿੰਦੇ ਕਿ ਇੱਕ ਦਿਨ ਵੈਦਰਕ੍ਰਾਫਟ ਆਪਣੇ ਘਰ ਦੇ, ਆਪਣੇ ਆਲੀਸ਼ਾਨ ਘਰ ਵਿੱਚ, ਆਪਣੇ ਬਿਸਤਰੇ ਵਿੱਚ ਮਰਿਆ ਹੋਇਆ, ਕਤਲ ਹੋਇਆ ਦੇਖਿਆ ਗਿਆ। ਉਸਦਾ ਕਤਲ ਜਿਹੜਾ ਕਿ ਪੁਲਿਸ ਨੇ ਆ ਕੇ ਜਦੋਂ ਪਹਿਲੀ ਨਜ਼ਰ ਮਾਰੀ ਕਿ ਉਸਦਾ ਕਤਲ ਹੋਇਆ ਕਿਸ ਤਰ੍ਹਾਂ ਸੀ, ਉਸਦੇ ਕਲੇਜੇ ਵਿੱਚ ਕਹਿੰਦੇ ਕਿ ਚਾਂਦੀ ਦੀ ਪਲੇਟ ਦਾ ਇੱਕ ਤਿੱਖਾ ਟੁਕੜਾ ਜਿਹੜਾ ਕਿ ਧਸਿਆ ਹੋਇਆ ਸੀ। ਯਾਨੀ ਕਿ ਚਾਂਦੀ ਦੀ ਪਲੇਟ ਦੇ ਦੋ ਹਿੱਸੇ ਸੀ, ਪਰ ਇੱਕ ਹਿੱਸਾ ਉਸਦੇ ਕਲੇਜੇ ਵਿੱਚ ਧਸਿਆ ਹੋਇਆ ਸੀ। ਕਲੇਜਾ ਯਾਨੀ ਨੀਅਰ ਦਿਲ ਦੇ ਕੋਲ ਧਸਿਆ ਹੋਇਆ ਸੀ, ਜਿਸ ਨਾਲ ਉਸਦਾ ਪਤਾ ਲੱਗ ਰਿਹਾ ਸੀ ਕਿ ਉਸਦਾ ਕਤਲ ਹੋਇਆ ਹੈ। ਸੋ ਇਸ ਅਪਰਾਧ ਵਿੱਚ ਉਸਦਾ ਜਿਹੜਾ ਨੌਕਰ ਜੇਮਸ ਸੀ, ਪੁਲਿਸ ਨੇ ਉਸਨੂੰ ਫੜ ਲਿਆ, ਕਿਉਂਕਿ ਪਹਿਲੀ ਨਜ਼ਰ ਵਿੱਚ ਇਹੀ ਸ਼ੱਕ ਜੇਮਸ ਤੇ ਸ਼ੱਕ ਆ, ਕਿਉਂਕਿ ਜੇਮਸ ਹੀ ਉਸਦੇ ਘਰ ਵਿੱਚ ਉਸਦੇ ਨਾਲ ਰਹਿ ਰਿਹਾ ਸੀ, ਉਸੇ ਤੇ ਸ਼ੱਕ ਆ। ਹੋਰ ਕਿਹੜੀਆਂ ਗੱਲਾਂ ਕਰਕੇ ਜੇਮਸ ਤੇ ਸ਼ੱਕ ਗਿਆ? ਕਿਉਂਕਿ ਪੁਲਿਸ ਨੇ ਜਦੋਂ ਉਸ ਨੌਕਰ ਦੇ ਕਮਰੇ ਦੀ ਤਲਾਸ਼ੀ ਲਈ, ਜੇਮਸ ਦੇ ਕਮਰੇ ਦੀ ਜਦੋਂ ਤਲਾਸ਼ੀ ਲਈ, ਤਾਂ ਜਿਹੜਾ ਇੱਕ ਟੁਕੜਾ ਚਾਂਦੀ ਦਾ, ਇੱਕ ਟੁਕੜਾ ਤਾਂ ਵੈਦਰਕ੍ਰਾਫਟ ਦੇ ਕਲੇਜੇ 'ਚ ਧਸਿਆ ਹੋਇਆ ਸੀ, ਜਿਹੜਾ ਦੂਸਰਾ ਟੁਕੜਾ ਸੀ ਉਹ ਜੇਮਸ ਦੇ ਕਮਰੇ ਵਿੱਚੋਂ ਮਿਲਿਆ। ਔਰ ਜੇਮਸ ਦੇ ਕਮਰੇ ਵਿੱਚੋਂ ਹੀ ਖੂਨ ਦੇ ਕੁਝ ਨਿਸ਼ਾਨ ਪਏ ਦਿਖੇ, ਜਿਸ ਦਾ ਕਿ ਜਦੋਂ ਬਾਅਦ 'ਚ ਅਧਿਐਨ ਕੀਤਾ ਜਾਂ ਦੇਖਿਆ ਗਿਆ, ਉਸਦਾ DNA ਮੈਚ ਕੀਤਾ ਤਾਂ ਵੈਦਰਕ੍ਰਾਫਟ ਦੇ ਖੂਨ ਦੇ ਨਾਲ ਮੈਚ ਹੋ ਗਿਆ। ਸੋ ਨਾਲ ਹੀ ਜੇਮਸ ਦੇ ਕਮਰੇ ਵਿੱਚ ਇੱਕ ਰੇਤੀ ਵੀ ਮਿਲੀ, ਜਿਸ ਨਾਲ ਕਿ ਕਿਸੇ ਵੀ ਚੀਜ਼ ਤੋਂ ਜਿਹੜੀ ਉਹਦੀ ਧਾਰ ਹੁੰਦੀ ਉਹਨੂੰ ਤੇਜ਼ ਕੀਤਾ ਜਾਂਦਾ ਹੈ, ਉਹ ਵੀ ਉਸਦੇ ਕਮਰੇ ਵਿੱਚੋਂ ਮਿਲਿਆ। ਤੇ ਸੋਨੇ ਦੇ ਕੁਝ ਸਿੱਕੇ ਵੀ ਮਿਲੇ। ਤੇ ਵੈਦਰਕ੍ਰਾਫਟ ਨੇ ਆਪਣੀ ਵਸੀਅਤ ਵਿੱਚ ਲਿਖਿਆ ਹੋਇਆ ਸੀ ਕਿ $10,000 ਜਿਹੜੇ ਹੈ ਜੇਮਸ ਦੇ ਨਾਮ ਲਿਖ ਕੇ ਗਿਆ ਸੀ। ਸੋ ਪੁਲਿਸ ਨੂੰ ਇਹੀ ਸ਼ੱਕ ਕਿਹਾ ਕਿ ਉਹ $10,000 ਪ੍ਰਾਪਤ ਕਰਨ ਵਾਸਤੇ ਜੇਮਸ ਨੇ ਆਪਣੇ ਮਾਲਕ ਦਾ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਸੋ ਜੇਮਸ ਦੇ ਕਮਰੇ 'ਚੋਂ ਸਾਨੂੰ ਕਿਹੜੀ ਚੀਜ਼, ਪੁਲਿਸ ਨੂੰ ਕਿਹੜੀ ਚੀਜ਼ ਮਿਲੀ? ਇੱਕ ਤਾਂ ਚਾਂਦੀ ਦੀ ਪਲੇਟ ਦਾ ਦੂਸਰਾ ਹਿੱਸਾ ਮਿਲਿਆ, ਪਲੱਸ ਖੂਨ ਦੇ ਜਿਹੜੇ ਨਿਸ਼ਾਨ ਮਿਲੇ ਉਹ ਵੈਦਰਕ੍ਰਾਫਟ ਦੇ ਖੂਨ ਨਾਲ ਮੈਚ ਹੋ ਗਏ, ਪਲੱਸ
ਹੋਰ ਕੀ ਮਿਲਿਆ ਉੱਥੋਂ, ਕੁਝ ਸੋਨੇ ਦੇ ਸਿੱਕੇ ਮਿਲੇ ਔਰ ਜੇਮਸ ਨੂੰ ਪਤਾ ਸੀ ਕਿ ਉਸਦੇ ਮਾਲਿਕ ਨੇ ਉਸਦੇ ਨਾਮ ਉਸਦੀ ਆਪਣੀ ਵਸੀਅਤ ਵਿੱਚ $10,000 ਕਰ ਰੱਖੇ ਨੇ ਔਰ ਇਸ $10,000 ਨੂੰ ਪ੍ਰਾਪਤ ਕਰਨ ਵਾਸਤੇ ਹੋ ਸਕਦਾ ਹੈ ਕਿ ਉਸਨੇ ਆਪਣੇ ਮਾਲਿਕ ਦਾ ਜਿਹੜਾ ਹੈ ਖੂਨ ਕਰ ਦਿੱਤਾ ਹੈ। ਸੋ ਪੁਲਿਸ ਨੂੰ ਪੱਕਾ ਸ਼ੱਕ ਚਿੜਤੇ ਗਿਆ। ਜੇਮਸ ਹੋਰ ਵੀ ਆਸ-ਪਾਸ ਜਿੱਥੋਂ ਗੁਆਂਢੀਆਂ ਤੋਂ ਗਵਾਹੀਆਂ ਲਈਆਂ ਕਿ ਉਹਨਾਂ ਨੇ ਇਹੀ ਕਿਹਾ ਕਿ ਇਹੀ ਨੌਕਰ ਹੀ ਘਰ ਰਹਿ ਰਿਹਾ ਹੀ, ਸਭ ਕੁਝ ਇਹੀ ਧਿਆਨ ਰੱਖਦਾ ਹੀ, ਹੋ ਸਕਦਾ ਇਸ ਦੇ ਮਨ ਵਿੱਚ ਲਾਲਚ ਆ ਗਿਆ ਵੀ ਇਸ ਆਪਣੇ ਮਾਲਿਕ ਦਾ ਕਤਲ ਕਰ ਦਿੱਤਾ ਗਿਆ। ਸੋ ਹੁਣ ਵੈਦਰਕ੍ਰਾਫਟ ਦੇ ਕਤਲ ਦੇ ਦੋਸ਼ ਵਿੱਚ ਕਿਹਨੂੰ ਫੜਿਆ ਗਿਆ? ਜੇਮਸ ਨੂੰ ਫੜਿਆ ਗਿਆ ਔਰ ਉਸ ਉੱਤੇ ਮੁਕੱਦਮਾ ਚਲਾਇਆ ਗਿਆ ਅਦਾਲਤ ਵਿੱਚ। ਸੋ ਜਦੋਂ ਮੁਕੱਦਮਾ ਚੱਲ ਰਿਹਾ ਸੀ ਤਾਂ ਕੋਰਟ ਨੂੰ ਵੀ ਜੋ ਵੀ ਸ਼ੱਕ ਹੋਇਆ, ਜੋ ਵੀ ਗਵਾਹੀਆਂ, ਜੋ ਵੀ ਪ੍ਰੂਫ ਮਿਲੇ, ਸਬੂਤ ਮਿਲੇ, ਉਸ ਤੇ ਇਹੀ ਫੈਸਲਾ ਕੀਤਾ ਗਿਆ ਕਿ ਜਿਹੜਾ ਜੇਮਸ ਹੈ ਉਹੀ ਵੈਦਰਕ੍ਰਾਫਟ ਦਾ ਕਾਤਿਲ ਸੀ ਔਰ ਉਸਨੂੰ ਫਾਂਸੀ ਦੀ ਸਜ਼ਾ ਆਖਿਰ ਕੋਰਟ ਨੇ, ਜਿਹੜੀ ਅਦਾਲਤ ਨੇ, ਸੁਣਾ ਦਿੱਤੀ ਗਈ। ਵੈਦਰਕ੍ਰਾਫਟ ਦਾ ਜੋ ਵੀ ਮਰਨ ਤੋਂ ਪਹਿਲਾਂ ਉਸਨੇ ਇੱਕ ਚਿੱਠੀ ਲਿਖੀ ਸੀ ਔਰ ਇਸ ਚਿੱਠੀ ਨੂੰ ਆਪਣੇ ਦੋਸਤ, ਜਿਹੜਾ ਵੈਦਰਕ੍ਰਾਫਟ ਦਾ ਦੋਸਤ ਹੈ ਲੇਸੀ, ਉਸ ਚਿੱਠੀ ਨੂੰ ਦੇ ਗਿਆ ਸੀ। ਆਪਣਾ ਵੈਦਰਕ੍ਰਾਫਟ ਦਾ ਜਿਹੜਾ ਦੋਸਤ ਲੇਸੀ ਨੂੰ ਚਿੱਠੀ ਦਿੱਤੀ ਸੀ ਔਰ ਨਾਲ ਹੀ ਕਿਹਾ ਸੀ ਕਿ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੈਂ ਮਰ ਜਾਂਦਾ ਹਾਂ, ਪਰ ਮੇਰੇ ਮਰਨ ਤੋਂ 6 ਮਹੀਨੇ ਬਾਅਦ ਇਹ ਚਿੱਠੀ ਖੋਲ ਕੇ ਪੜ੍ਹਨੀ ਹੈ ਕਿ ਇਸ ਵਿੱਚ ਮੈਂ ਕੀ ਲਿਖ ਕੇ ਗਿਆ ਹਾਂ, ਪਹਿਲਾਂ ਨਹੀਂ ਪੜ੍ਹਨੀ। ਉਦੋਂ ਤਾਂ ਲੇਸੀ ਨੇ ਉਸਨੂੰ ਮਜ਼ਾਕ ਵਿੱਚ ਲਿਆ ਸੀ ਕਿ ਐਵੇਂ ਫਾਲਤੂ ਦੀਆਂ ਗੱਲਾਂ ਵੈਦਰਕ੍ਰਾਫਟ ਕਰਦਾ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਵੈਦਰਕ੍ਰਾਫਟ ਸੱਚਮੁੱਚ ਹੀ ਮਰ ਜਾਏਗਾ। ਸੋ ਵੈਦਰਕ੍ਰਾਫਟ ਦੀ ਮੌਤ ਤੋਂ ਬਾਅਦ 6 ਮਹੀਨੇ ਬਾਅਦ ਜਿਹੜਾ ਉਹ ਲੇਸੀ ਨੂੰ ਉਸਨੂੰ ਇੱਕ ਚਿੱਠੀ ਦਿੱਤੀ ਸੀ ਇੱਕ ਲਿਫਾਫੇ 'ਚ ਬੰਨ੍ਹ ਕੇ, ਉਹ ਉਸਨੇ ਖੋਲੀ ਜਾ ਕੇ ਵੈਦਰਕ੍ਰਾਫਟ ਦੇ ਵਕੀਲ ਨੇਗੀ ਦੇ ਅੱਗੇ। ਸੋ ਵੈਦਰਕ੍ਰਾਫਟ ਦੇ ਦੋਸਤ ਦਾ ਕੀ ਨਾਮ ਹੈ ਲੇਸੀ ਔਰ ਵੈਦਰਕ੍ਰਾਫਟ ਦਾ ਵਕੀਲ ਦਾ ਕੀ ਨਾਮ ਹੈ ਨੇਗੀ ਦੇ ਅੱਗੇ ਜਾ ਕੇ ਲੇਸੀ ਨੇ ਉਹ ਲਿਫਾਫਾ ਦਿੱਤਾ, ਉਹ ਚਿੱਠੀ ਖੋਲੀ ਗਈ। ਉਸ ਲਿਫਾਫੇ ਵਿੱਚ ਇੱਕ ਤਾਂ ਚਿੱਠੀ ਸੀ, ਨਾਲ ਹੀ $10,000 ਦੇ ਨੋਟ ਸੀ ਔਰ ਇੱਕ ਚਿੱਠੀ ਨਿਕਲੀ। ਚਿੱਠੀ ਵਿੱਚ ਵੈਦਰਕ੍ਰਾਫਟ ਨੇ ਕੀ ਲਿਖਿਆ ਹੋਇਆ ਸੀ ਕਿ ਉਸਨੇ ਲਿਖਿਆ ਸੀ ਕਿ ਮੈਨੂੰ ਪਤਾ ਹੈ ਕਿ ਮੇਰੀ ਮਰਨ ਤੋਂ 6 ਮਹੀਨੇ ਬਾਅਦ ਇਹ ਚਿੱਠੀ ਖੋਲੀ ਗਈ ਹੈ ਔਰ ਮੇਰੇ ਕਤਲ ਦੇ ਦੋਸ਼ ਵਿੱਚ ਮੇਰੇ ਨੌਕਰ ਜੇਮਸ ਨੂੰ ਪੁਲਿਸ ਨੇ ਫੜ ਕੇ ਜੇਲ੍ਹ 'ਚ ਪਾ ਦਿੱਤਾ ਹੋਵੇਗਾ ਔਰ ਉਸਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਹੋਏਗੀ। ਅਸਲ ਵਿੱਚ ਉਸਨੇ ਲਿਖਿਆ ਕਿ ਇਹ ਕਤਲ ਨਹੀਂ ਹੈ, ਵੈਦਰਕ੍ਰਾਫਟ ਨੇ ਲਿਖਿਆ ਸੀ ਕਿ ਇਹ ਕਤਲ ਨਹੀਂ ਹੈ, ਸਗੋਂ ਆਤਮਘਾਤ, ਸੁਸਾਈਡ, ਮੈਂ ਆਪਣੀ ਹੱਤਿਆ ਖੁਦ ਕੀਤੀ। ਉਸਨੇ ਲਿਖਿਆ ਕਿ ਜਿਹੜੇ ਜੇਮਸ ਦੇ ਕਮਰੇ 'ਚੋਂ ਰੇਤੀ ਮਿਲੀ ਜਾਂ ਪਲੇਟ ਦਾ ਜਿਹੜਾ ਦੂਸਰਾ ਹਿੱਸਾ ਮਿਲਿਆ, ਸੋਨੇ ਦੇ ਸਿੱਕੇ ਮਿਲੇ, ਮੇਰੇ ਜਿਹੜੇ ਖੂਨ ਦੇ ਛਿੱਟੇ ਮਿਲੇ, ਉਹ ਸਭ ਕੁਝ ਮੈਂ ਆਪ ਹੀ ਜੇਮਸ ਦੇ ਕਮਰੇ ਵਿੱਚ ਰੱਖੇ ਸੀ। ਰੇਤੀ ਵੀ ਖੁਦ ਰੱਖੀ, ਸੋਨੇ ਦੇ ਸਿੱਕੇ ਵੀ ਖੁਦ ਰੱਖੇ, ਆਪਣੇ ਖੂਨ ਦੇ ਛਿੱਟੇ ਵੀ ਉੱਥੇ ਖੁਦ ਪਾਏ, ਸੋਨੇ ਦੇ ਸਿੱਕੇ ਵੀ ਖੁਦ ਹੀ ਰੱਖੇ, ਹਰ ਚੀਜ਼ ਇਸ ਤਰ੍ਹਾਂ ਰੱਖੀ ਤਾਂ ਕਿ ਜਿਹੜਾ ਕਿ ਸਿੱਧਾ ਸ਼ੱਕ ਕਿਤੇ ਤੇ ਜਾਏ, ਜੇਮਸ ਤੇ। ਔਰ ਕਹਿੰਦਾ ਕਿ ਇਸ ਲਈ ਪੁਲਿਸ ਨੇ ਜੇਮਸ ਨੂੰ ਹੀ ਫੜ ਕੇ ਲੈ ਗਿਆ। ਸੋ ਕਹਿੰਦਾ ਕਿ ਪਰ ਇਹ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪਣਾ ਕਤਲ ਖੁਦ ਕੀਤਾ ਹੈ, ਜੇਮਸ ਨੇ ਮੇਰਾ ਕਤਲ ਨਹੀਂ ਕੀਤਾ ਹੈ। ਮੈਂ ਜਾਣਬੁੱਝ ਕੇ ਲਿਖਿਆ ਕਿ 6 ਮਹੀਨੇ ਬਾਅਦ ਮੇਰੇ ਮਰਨ ਤੋਂ ਬਾਅਦ ਲਿਫਾਫਾ ਖੋਲ੍ਹਿਆ ਜਾਏ ਤਾਂ ਕਿ ਇਹ ਮੈਂ ਆਪਣੀ ਗੱਲ ਨੂੰ ਸਿੱਧ ਕਰ ਸਕਾਂ ਕਿ ਗਵਾਹੀਆਂ ਦੇ ਆਧਾਰ 'ਤੇ ਫਾਂਸੀ ਦੀ ਸਜ਼ਾ ਦੇਣੀ ਸਹੀ ਨਹੀਂ ਹੈ, ਜਦਕਿ ਜਿਹੜਾ ਅਪਰਾਧੀ ਆਪਣਾ ਜਿਹੜਾ ਜੁਰਮ ਹੈ ਖੁਦ ਜਦ ਤੱਕ ਇਕਬਾਲ ਨਾ ਕਰ ਲੇ, ਕਬੂਲ ਨਾ ਕਰ ਲੇ। ਸੋ ਉਸਨੇ ਫਿਰ ਨਾਲ ਹੀ ਚਿੱਠੀ ਵਿੱਚ ਜੇਮਸ ਤੋਂ ਵੀ ਮਾਫੀ ਮੰਗੀ ਸੀ ਕਿ ਮੇਰੇ ਕਤਲ ਦੇ ਦੋਸ਼ ਵਿੱਚ ਤੈਨੂੰ ਫੜ ਕੇ 6 ਮਹੀਨੇ ਜਿਹੜੀ ਵੀ ਤੈਨੂੰ ਕਸ਼ਟ ਭੁਗਣੇ ਪਏ ਹੋਣਗੇ, ਉਸ ਕਰਕੇ ਉਸ ਵਾਸਤੇ ਮੈਂ ਤੇਰੇ ਤੋਂ ਮਾਫੀ ਮੰਗਦਾ ਹਾਂ। ਔਰ ਨਾਲ ਹੀ ਲਿਖਿਆ ਸੀ ਕਿ ਮੇਰੀ ਵਸੀਅਤ ਦੇ ਅਨੁਸਾਰ ਜਿਹੜੇ ਕਿ ਮੈਂ $10,000 ਜੇਮਸ ਦੇ ਨਾਮ ਕੀਤੇ ਸੀ ਉਹ ਵੀ ਜੇਮਸ ਨੂੰ ਦਿੱਤੇ ਜਾਣ ਔਰ ਜਿਹੜਾ ਹੁਣ ਲਿਫਾਫਾ ਖੋਲ੍ਹਿਆ ਜਿਸ ਵਿੱਚ ਚਿੱਠੀ ਵੀ ਸੀ ਉਸ ਵਿੱਚ ਜਿਹੜੇ $10,000 ਹੈ ਉਹ ਵੀ ਜੇਮਸ ਨੂੰ ਦਿੱਤੇ ਜਾਣ। ਨਾਲ ਉਸਨੇ ਲਿਖਿਆ ਸੀ ਕਿ ਮੈਂ ਆਪਣਾ ਆਤਮਘਾਤ ਯਾਨੀ ਕਿ ਆਤਮ ਹੱਤਿਆ, ਸੁਸਾਈਡ ਕਰਕੇ ਕੌਮ ਨੂੰ, ਪੂਰੇ ਦੇਸ਼ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਗਵਾਹੀਆਂ ਦੇ ਆਧਾਰ ਉੱਤੇ ਮੌਤ ਦੀ ਸਜ਼ਾ ਦੇਣੀ ਜਿਹੜੀ ਹੈ ਠੀਕ ਨਹੀਂ ਹੈ, ਇਸ ਕਾਨੂੰਨ ਨੂੰ ਬਦਲਣਾ ਚਾਹੀਦਾ ਹੈ। ਇਸ ਤਰ੍ਹਾਂ ਕੋਈ ਵੀ ਬੇਗੁਨਾਹ ਨੂੰ ਜਿਹੜੀ ਹੈ ਫਾਂਸੀ ਲੱਗ ਸਕਦੀ ਹੈ। ਸੋ ਇਹ ਸੀ ਕਹਾਣੀ ਕੌਮ ਲਈ ਕੁਰਬਾਨੀ, ਜਿਸ ਵਿੱਚ ਇੱਕ ਵੈਦਰਕ੍ਰਾਫਟ ਵਿਅਕਤੀ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਸੀ, ਉਸਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਇਸ ਲਈ ਦਿੱਤੀ ਕਿ ਉਹ ਚਾਹੁੰਦਾ ਸੀ ਕਿ ਇਹ ਕਾਨੂੰਨ ਬਦਲਿਆ ਜਾਏ ਕਿ ਫਾਂਸੀ ਦੇ ਆਧਾਰ 'ਤੇ ਕਿਸੇ ਨੂੰ ਵੀ ਸਜ਼ਾ ਨਹੀਂ ਹੋਣੀ ਚਾਹੀਦੀ। ਸਜ਼ਾ ਕਿਸ ਤਰ੍ਹਾਂ ਹੋਣੀ ਚਾਹੀਏ? ਜਦ ਤੱਕ ਅਪਰਾਧੀ ਆਪਣਾ ਜਿਹੜਾ ਗਲਤ ਕੰਮ ਕੀਤਾ ਉਸਨੂੰ ਜਦ ਤੱਕ ਖੁਦ ਕਬੂਲ ਨਾ ਕਰ ਲਏ। ਸੋ ਉਮੀਦ ਕਰ ਰਹੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਸਾਰੀ ਕਹਾਣੀ। ਫਿਰ ਵੀ ਜਿਹੜੀ ਕੋਈ ਚੀਜ਼ ਨਹੀਂ ਸਮਝ ਆਈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਸ ਤੋਂ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਸੋ ਇੱਕ ਨਜ਼ਰ ਮਾਰ ਲਓ ਇਸ ਕਹਾਣੀ ਤੇ। कौम ली कुर्बानी है लिखी किसने है? भाई मोहन सिंह जी ने। और मुख्य पात्र कौन है? वैदरक्राफ्ट, अमरीका का रहने वाला 60 कुछ साल का एक शाहूकार। कहानी का मुख्य विषय की है कि गवाहियां के आधार पर फांसी जड़ी है नहीं दी जानी चाहिए। होर पात्र कौन है? जेम्स है जो कि वैदरक्राफ्ट का नौकर सी, बहुत ही वधिया नौकर सी। नेगी वैदरक्राफ्ट का वकील और लेसी वैदरक्राफ्ट का दोस्त। और उद्देश्य किस कहानी का? अपराधी के इकबालिया बयान ते ही फांसी की सज़ा दी जानी चाहिए है, ना कि गवाहियां के आधार पर। सो धन्यवाद।